ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਭੱਟੀ ਸਾਹਿਬ ਵੈਲਕਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪਤਾ ਲੱਗਾ ਹੈ ਕਿ ਚਲੋ ਕਰੋਨਾ ਤੋਂ ਆਪਾਂ ਹਟ ਕੇ ਕੁਝ ਗੱਲ ਕਰੀਏ ਤਾਂ ਕੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਰੱਦ ਕਰਨ ਵਾਲਾ ਹਾਈ ਕੋਰਟ ਦੇ ਫੈਸਲੇ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਤੇ ਇਨਸਾਫ ਮਿਲਣ ਤੱਕ ਸੰਘਰਸ਼ ਜਾਰੀ ਰੱਖੇਗਾ ਪੰਥਕ ਜਥੇਬੰਦੀਆਂ ਦਾ ਬਿਆਨ ਆਇਆ। ਕੀ ਕਹਿਣਾ ਚਾਹੋਗੇ? ਪੰਥਕ ਜਥੇਬੰਦੀਆਂ ਦੀ ਕੱਲ ਗੁਰਦੁਆਰਾ ਅੰਬ ਸਾਹਿਬ ਵਿਖੇ ਮੀਟਿੰਗ ਹੋਈ ਸੀ ਜੀ, ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ। ਉਹਦੇ ਵਿੱਚ ਜਿਹੜੇ ਸਾਡੇ ਖਹਿਰਾ ਸਾਹਿਬ ਉਹ ਵੀ ਸ਼ਾਮਲ ਸੀ, ਉਹਦੇ ਵਿੱਚ ਦਲ ਖਾਲਸਾ ਵੀ ਸ਼ਾਮਲ ਸੀ, ਉਹਦੇ ਵਿੱਚ ਗਿਆਨੀ ਕੇਵਲ ਸਿੰਘ ਵੀ ਸ਼ਾਮਲ ਸੀ। ਮਤਲਬ ਸਾਰੇ ਉਹ ਇੱਕ ਮੰਚ ਤੇ ਇਕੱਠੇ ਸੀ। ਉੱਥੇ ਉਹਨਾਂ ਦਾ ਰੋਸ ਪ੍ਰਗਟ ਕੀਤਾ ਗਿਆ ਸੀ, ਭਾਵੇਂ ਕਾਂਗਰਸ ਹੋਵੇ ਤੇ ਭਾਵੇਂ ਅਕਾਲੀ ਹੋਣ, ਸਾਨੂੰ ਇਨਸਾਫ ਮਿਲਣ ਦੀ ਆਸ ਨਹੀਂ। ਕਿਉਂਕਿ ਗੱਲ ਠੀਕ ਉਹਨਾਂ ਦੀ ਇਸ ਵੇਲੇ ਪਿਛਲੇ 4.5 ਸਾਲਾਂ ਦੇ ਵਿੱਚ ਕੈਪਟਨ ਨੇ ਇੱਕ ਵੀ ਕੋਈ ਠੋਕਵਾਂ ਬਿਆਨ ਬਾਦਲਾਂ ਦੇ ਸਾਥ ਦਿੱਤਾ ਹੋਵੇ, ਕੋਈ ਕਾਰਵਾਈ ਕੀਤੀ ਹੋਵੇ ਤੇ ਕੈਪਟਨ ਦੇ ਖਾਸਮ ਖਾਸ ਨੇ ਕਿਹਾ ਵੀ ਅਸੀਂ ਬਾਦਲਾਂ ਨਾਲ ਕਿਸੇ ਪ੍ਰਕਾਰ ਦਾ ਕੋਈ ਪੰਗਾ ਨਹੀਂ ਲੈਣਾ, ਅਸੀਂ ਸਰਕਾਰ ਚਲਾਓ। ਲੇਕਿਨ ਜਿਹੜੀ ਕਮਿਟਮੈਂਟ ਤੁਸੀਂ ਕੀਤੀ ਸੀ ਉਹ ਪੂਰੀ ਨਹੀਂ ਕੀਤੀ ਗਈ। ਅਜੇ ਤੱਕ ਜਿਹੜਾ ਤੁਸੀਂ ਗੋਲੇ 'ਚ ਪੂਰੀ ਨਹੀਂ ਕੱਤੀ, ਜਿਹੜੀ ਤੁਸੀਂ ਗੱਲ ਕਰਦੇ ਸੀ 6 ਮਹੀਨਿਆਂ 'ਚ ਇਨਸਾਫ ਦੇ ਦੇਂਗੇ, ਅਸੀਂ ਸਾਲ 'ਚ ਇਨਸਾਫ ਦੇ ਦੇਂਗੇ, 4.5 ਬੀਤ ਗਏ, ਸਾਲ ਬੀਤ ਗਏ ਤੇ ਲੋਕਾਂ 'ਚ ਰੰਝ ਇਸ ਗੱਲ ਦਾ ਵੀ ਕੈਪਟਨ ਨੇ ਕੁਛ ਕੀਤਾ ਨਹੀਂ। ਹੁਣ ਭਾਈ ਰਣਜੀਤ ਸਿੰਘ ਹੋਈ ਕੱਲ ਇਕੱਠੇ ਹੋਏ, ਉਹਨਾਂ ਕਿਹਾ ਜੀ ਇਸ ਜਿਹੜੀ ਰਿਪੋਰਟ ਜਿਹੜੀ ਦਿੱਤੀ ਫੈਸਲਾ ਆਇਆ ਵਾ ਹਾਈ ਕੋਰਟ ਦਾ, ਇਹਨਾਂ ਅਸੀਂ ਸਹਿਮਤ ਨਹੀਂ। ਕਿਉਂ ਸਹਿਮਤ ਨਹੀਂ? ਵੀ ਇਹ ਬਿਲਕੁਲ ਜੋ ਸਾਡੇ ਕਾਨੂੰਨਦਾਨ ਉਹ ਕਹਿ ਰਹੇ ਨੇ ਵੀ ਬਿਲਕੁਲ ਇੱਕ ਪਾਖੜ ਫੈਸਲਾ ਵਾ, ਸੰਵਿਧਾਨ ਦੀ ਉਲੰਘਣਾ ਕਰਕੇ ਫੈਸਲਾ ਦਿੱਤਾ ਗਿਆ ਵਾ। ਇਸ ਕਰਕੇ ਇਸ ਫੈਸਲੇ ਦੀਆਂ ਕਾਪੀਆਂ ਅਸੀਂ ਸ਼ੁਰੂਆਤ ਕਰਾਂਗੇ ਕੋਟ ਕਪੂਰਾ, ਜਿਹੜੇ ਬੱਤੀਆਂ ਵਾਲਾ ਚੌਂਕ ਜਿੱਥੇ ਪਹਿਲੇ ਦਿਨ ਗੋਲੀ ਚੱਲੀ ਸੀ, ਉੱਥੇ ਕਾਪੀਆਂ ਥਾਣਾਂਗੇ ਜੀ। ਤੇ ਭਾਈ ਨੇ ਕਿਹਾ ਜਿਹਨੇ ਗ੍ਰਿਫਤਾਰ ਕਰਨਾ ਮੈਂ ਸਭ ਤੋਂ ਪਹਿਲਾਂ ਸਾਡੇ ਕੋਲ ਮੈਨੂੰ ਗ੍ਰਿਫਤਾਰ ਕਰ ਲਓ, ਅਸੀਂ ਬਕਾਇਦਾ ਤੌਰ ਤੇ ਗਿਣਤੀ ਦਾ ਵੀ ਹਿਸਾਬ ਰੱਖਾਂਗੇ, ਸੋਸ਼ਲ ਡਿਸਟੈਂਸ ਵੀ ਰੱਖਾਂਗੇ, ਮਾਸਕ ਵੀ ਪਾ ਕੇ ਰੱਖਾਂਗੇ। ਉਹਨਾਂ ਨੇ ਬਾਕੀ ਸਾਰੀ ਸੰਗਤ ਨੂੰ ਕਿਹਾ ਵੀ ਜਿੱਥੇ ਵੀ ਤੁਸੀਂ ਬੈਠੇ ਹੋਏ ਇਹ ਕਾਪੀਆਂ ਜਿਹੜੀਆਂ ਲੈ ਕੇ ਤੁਸੀਂ ਆਪਣੇ ਲੈਵਲ ਤੇ ਜ਼ਰੂਰ ਸਾੜੋ ਇਹਨਾਂ, ਤਾਂ ਕਿ ਸਾਡੀ ਆਵਾਜ਼ ਜਿਹੜੀ ਆ ਇਹਨਾਂ ਗੂੰਗੀਆਂ ਬੋਲੀਆਂ ਸਰਕਾਰਾਂ ਤੇ ਅਧਿਕਾਰੀਆਂ ਤੱਕ ਤੇ ਜਿਹੜੇ ਸਾਡੇ ਨਿਆਂਪਾਲਕਾਂ ਦੇ ਵੱਡੇ ਵੱਡੇ ਬੱਚੇ ਧਨੰਤਰ ਤੱਕ ਪਹੁੰਚ ਸਕੇ। ਹੁਣ ਜੇ ਉਹ ਕਾਪੀਆਂ ਸਾੜੀਆਂ ਜਾਂਦੀਆਂ ਵਾ ਤੇ ਆਖਿਰਕਾਰ ਤੁਹਾਨੂੰ ਪਤਾ ਚਰਚਾ ਤਾਂ ਨਹੀਂ ਹੋਏਗੀ ਨਾ। ਤੁਹਾਨੂੰ ਇਹ ਦੱਸਦਿਆਂ ਜੀ, ਪਰ ਮੈਂ ਇਸ ਗੱਲ ਤੇ ਵਿਸ਼ਵਾਸ ਨਹੀਂ ਰੱਖਦਾ ਕਿਉਂਕਿ ਬਹੁਤ ਸਾਰੇ ਵਕੀਲ ਜਿਹੜੇ 60% ਜੱਜ ਜਿਹੜੇ ਇਸ ਪਾਸੇ ਹੁੰਦੇ ਕਹਿੰਦੇ ਨੇ ਵੀ ਡਿਪਟੀ ਜਨਰਲ ਅਟਾਰਨੀ ਸੀ 2005 ਦੇ ਵਿੱਚ ਜਿਹੜੇ ਜੱਜ ਨੇ ਦਿੱਤਾ ਨਾ ਫੈਸਲਾ ਦਿੱਤਾ ਵਾ, ਉਹ ਚਟਾਲਿਆਂ ਦੀ ਸਰਕਾਰ ਵਿੱਚ ਡਿਪਟੀ ਅਟਾਰਨੀ ਜਨਰਲ ਤੇ ਜੇ ਉਹ ਜੋੜਦੇ ਨੇ ਕਿਤੇ ਬਾਦਲਾਂ ਨਾਲ ਵੀ ਉਹਨਾਂ ਦੇ ਕਹਿਣ ਤੇ ਦਿੱਤਾ ਪਰ ਮੈਂ ਤੇ ਵਿਸ਼ਵਾਸ ਨਹੀਂ ਰੱਖਦਾ। ਚਰਚਾ ਇਸ ਗੱਲ ਦੀ ਵੀ ਜ਼ਰੂਰ ਹੈਗੀ। ਜੱਜ ਨੇ ਆਪਣਾ ਫੈਸਲਾ ਦੇ ਦਿੱਤਾ, ਲੇਕਿਨ ਫੈਸਲੇ ਤੋਂ ਬਹੁਤ ਸਾਰੇ ਜੱਜ ਵੀ ਸੰਤੁਸ਼ਟ ਨਹੀਂ ਹੈਗੇ ਕਿ ਫੈਸਲਾ ਕਿਵੇਂ ਆ ਗਿਆ। ਪਹਿਲੀ ਗੱਲ ਤੇ ਦੂਜੇ ਦਿਨ ਤੁਸੀਂ ਆਪਣੀ ਜੱਜਮੈਂਟ ਲਿਖ ਦਿੰਦੇ ਪਿਆ, ਲਓ ਜੀ ਮੇਰੀ ਜੱਜਮੈਂਟ, ਤੁਸੀਂ 15 ਦਿਨ ਕੱਲ੍ਹ ਹੀ ਵੇਟ ਕਰਦੇ ਨੇ। ਕਿਉਂ ਵੇਟ ਕੀਤੀ? 15 ਦਿਨ ਬਾਅਦ ਤੁਸੀਂ ਜੱਜਮੈਂਟ ਲਿਖੀ ਹੈ। ਇਸ ਕਰਕੇ ਹੁਣ ਜਥੇਬੰਦੀਆਂ ਜਿਹੜੀਆਂ ਉਹ ਮੈਦਾਨੇ ਜਾ ਕੇ ਚਾਹੀਆਂ ਨੇ। ਉਹਨਾਂ ਕਿਹਾ ਇਸ ਤੋਂ ਬਾਅਦ ਸਾਡਾ ਜਿਹੜਾ ਵਾ ਅਗਲਾ ਪ੍ਰੋਗਰਾਮ ਜਿਹੜਾ ਅਸੀਂ ਉੱਥੇ ਹੀ ਦੱਸਾਂਗੇ ਉਧਰ ਨੂੰ ਵੀ ਅਗਲਾ ਪ੍ਰੋਗਰਾਮ ਸਾਡਾ ਕੀ ਹੋਏਗਾ। ਇੱਕ ਨੌਜਵਾਨ ਦੀ ਜਾਨ ਬਚਾਉਣ ਵਾਸਤੇ ਬੜੀ ਇੱਕ ਬਹੁਤ ਅਹਿਮ ਖਬਰ ਹੈ। ਬਜ਼ੁਰਗ ਹਾਂਜੀ, ਉਹਨਾਂ ਨੇ ਨੌਜਵਾਨ ਦੀ ਜਾਨ ਬਚਾਉਣ ਵਾਸਤੇ ਆਪਣਾ ਬੈੱਡ ਨੌਜਵਾਨ ਨੂੰ ਦਿੱਤਾ, ਉਸ ਦੀ ਤੀਸਰੇ ਦਿਨ ਸ਼ਹਾਦਤ ਹੋ ਗਈ ਹੈ। ਕੀ ਕਹਿਣਾ ਚਾਹੋਗੇ? ਕੁਰਬਾਨੀ ਹੈ। ਇਹ ਨਾਗਪੁਰ ਦੀ ਗੱਲ ਹੈ ਜੀ। ਨਾਗਪੁਰ ਉਹ 85 ਸਾਲ ਦਾ ਬਜ਼ੁਰਗ ਸੀ, ਉਹ ਹਸਪੀਟਲ ਗਿਆ ਤੇ ਹਸਪੀਟਲ ਜਾ ਕੇ ਆਪਣੇ ਬੈੱਡ ਇੱਕ ਲਿਆ, ਆਪਣਾ ਕਰੋਨਾ ਦਾ ਇਲਾਜ ਕਰਾਉਣਾ ਸੀ। ਉਹਦੀ ਧੀ ਜਵਾਈ ਨਾਲ ਸੀ ਜਿਨ੍ਹਾਂ ਨੇ ਬੈੱਡ ਬੁੱਕ ਕਰਾਇਆ ਸੀ। ਜਦੋਂ ਉਹ ਬੈੱਡ ਲੈ ਕੇ ਆਪਣਾ ਜੇ ਕੰਮ ਸ਼ੁਰੂ ਕਰਨ ਲੱਗੇ ਸੀ ਟ੍ਰੀਟਮੈਂਟ, ਤੇ ਉਹਨੇ ਜਦੋਂ ਇੱਕ ਔਰਤ ਆਈ ਤੇ ਉਹਦਾ ਜਿਹੜਾ ਨੌਜਵਾਨ ਪਹਿਲਾ ਪਤੀ ਸੀ ਉਹ ਵੀ ਕਰੋਨਾ ਮਰੀਜ਼ ਸੀਗਾ ਤੇ ਉਹਨਾਂ ਨੂੰ ਡਾਕਟਰ ਨੇ ਕਹਿਤਾ ਸਾਡੇ ਕੋਲ ਕੋਈ ਬੈੱਡ ਨਹੀਂ ਹੈਗਾ, ਤੁਸੀਂ ਕਿਸੇ ਹੋਰ ਹਸਪੀਟਲ ਚਲ ਜਾਓ।
ਉਹ ਕਹਿੰਦੇ ਜੀ ਅਸੀਂ ਸਾਰੇ ਘੁੰਮ ਘੁਮਾ ਕੇ ਤੁਹਾਡੇ ਕੋਲ ਆਏ, ਸਾਡਾ ਕੁਝ ਪ੍ਰਬੰਧ ਕਰੋ। ਕਹਿੰਦੇ ਸਰ ਕੋਈ ਬੈੱਡ ਨਹੀਂ ਹੈਗਾ, ਅਸੀਂ ਤੁਹਾਡਾ ਪ੍ਰਬੰਧ ਕੀ ਕਰੀਏ। ਉਸ ਬਜ਼ੁਰਗ ਦਭੋਲਕਰ ਜਿਹਨੂੰ ਉਹ ਛੋਟੇ ਛੋਟੇ ਬੱਚਿਆਂ ਨੂੰ ਆਮ ਤੌਰ ਤੇ ਟੌਫੀਆਂ ਵੰਡਦਾ ਹੁੰਦਾ ਸੀ, ਸਾਰੇ ਚਾਚਾ ਦਭੋਲਕਰ ਕਹਿੰਦੇ ਸੀ ਉਹਨੂੰ। ਬੱਚਿਆਂ ਨਾਲ ਪਿਆਰ ਹੋਣ ਕਰਕੇ ਉਹ ਕਹਿੰਦਾ ਵੀ ਮੇਰਾ ਬੱਚਾ ਵਾ, ਮੇਰਾ ਬੈੱਡ ਤੁਸੀਂ ਇਹਨੂੰ ਦਿਓ, ਮੈਂ ਆਪਣੀ ਖਾਣ ਲਈ ਪੂਰੀ ਕਰ ਲਈ ਸਾਰੀ ਉਮਰ, ਮੈਂ 85 ਸਾਲ ਦੀ ਉਮਰ ਮਾਰੀ, ਮੈਨੂੰ ਕੋਈ ਗੱਲ ਨਹੀਂ ਹੈ। ਆਪਣਾ ਬੈੱਡ ਉਸ ਨੌਜਵਾਨ ਨੂੰ ਦੇਖ ਕੇ ਤੇ ਉੱਥੋਂ ਇਲਾਜ ਕਰਾਉਣ ਦੀ ਬਜਾਏ ਉਹ ਸਿੱਧਾ ਆਪਣੇ ਘਰ ਚਲੇ ਗਿਆ। ਘਰ ਜਾ ਕੇ ਕੁਆਰੰਟਾਈਨ ਹੋ ਗਿਆ ਤੇ ਉੱਥੇ ਜਾ ਕੇ 30 ਦਿਨ ਜਾ ਕੇ ਉਹਦੀ ਡੈਥ ਹੋ ਗਈ। ਇਹ ਕੁਰਬਾਨੀ ਦੀ ਹੋਰ ਕੀ ਹੈ। ਭਾਵੇਂ ਡੈਥ ਦੀ ਬੈੱਡ ਤੇ ਵੀ ਹੋ ਸਕਦੀ ਸੀ, ਲੇਕਿਨ ਆਪਣੀ ਡੈਥ ਨੂੰ ਆਵਾਜ਼ ਮਾਰ ਕੇ ਸੱਦਾ ਦੇ ਕੇ ਵੀ ਚਲੋ ਕੋਈ ਗੱਲ ਨਹੀਂ, ਮੈਂ ਤੇ ਖਾ ਪੀ ਲਿਆ, ਨੌਜਵਾਨ ਦੀ ਜਿਹੜੀ ਇਹ ਜ਼ਿੰਦਗੀ ਬਚਣੀ ਚਾਹੀਦੀ ਹੈ। ਇਹ ਬੜੀ ਵੱਡੀ ਕੁਰਬਾਨੀ ਹੈ। ਤੁਹਾਨੂੰ ਪਤਾ ਹੋਏਗਾ ਜਦੋਂ ਇਟਲੀ ਦੇ ਵਿੱਚ ਬਹੁਤ ਸਾਰੇ ਕੋਰੋਨਾ ਦੇ ਮਰੀਜ਼ ਹੋ ਗਏ ਸੀ ਨਾ, ਤੇ ਉਹਨਾਂ ਨੇ ਵੀ ਕਹਿ ਦਿੱਤਾ ਸੀਗਾ, ਡਾਕਟਰ ਨੇ ਕਹਿ ਦਿੱਤਾ, ਸਰਕਾਰ ਨੇ ਕਹਿ ਦਿੱਤਾ ਕਿ 40 ਸਾਲ ਦੀ ਉਮਰ, ਜਿਹੜੇ 50 ਸਾਲ ਦੀ ਉਮਰ ਨੌਜਵਾਨ, ਉਹਨਾਂ ਨੂੰ ਬਚਾਓ, ਜਿਹੜੇ 70 ਤੋਂ ਉੱਪਰ ਛੱਡ ਦਿਓ ਉਹਨਾਂ ਨੂੰ। ਉਹ ਪਰਿਵਾਰਾਂ ਨੇ ਵੀ ਕਹਿ ਦਿੱਤਾ ਸੀ ਵੀ ਤੁਹਾਡੀ ਗੱਲ ਠੀਕ ਆ, ਇਹ ਨੌਜਵਾਨ ਬਚਾਓ, ਇਹਨਾਂ ਦੀ ਲੋੜ ਆ ਦੇਸ਼ ਨੂੰ। ਬਜ਼ੁਰਗ ਤੇ ਆਪਣੀ ਕਾਫੀ ਉਮਰ ਹਰਾ ਚੁੱਕੇ ਆ, ਕੋਈ ਗੱਲ ਨਹੀਂ। ਉਦੋਂ ਬਜ਼ੁਰਗਾਂ ਨੂੰ ਜਿਹੜਾ ਸੀ ਛੁੱਟੀ ਕਰਦੀ ਸੀ ਸਰਕਾਰ ਨੇ, ਲੋਕਾਂ ਨੇ ਸਵਾਗਤ ਕੀਤਾ ਸੀ ਵੀ ਨੌਜਵਾਨ ਬਚਾਓ ਤੁਸੀਂ। ਇਹ ਵੀ ਇੱਕ ਉਹਦੀ ਤਸਵੀਰ ਹੈ। ਸੋ ਜੀ ਇਹ ਇੱਕ ਅਹਿਮ ਖਬਰ ਜਿਹੜੀ ਹੈ ਵੈਸੇ ਚਰਚਾ ਦੇ ਵਿੱਚ ਹੈ। ਉਸਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਹੰਢਾ ਲਈ ਹੈ ਤੇ ਮੇਰੀ ਥਾਂ ਤੇ ਜਿਹੜਾ ਇਸ ਨੌਜਵਾਨ ਨੂੰ ਜਿਹੜਾ ਹੈ ਉਹ ਦੇ ਦਿੱਤੀ ਜਾਵੇ ਜਿਹੜੀ ਹੈ ਬੈੱਡ। ਤੇ ਭਾਵੇਂ ਕਿ ਚਲੋ ਬੈੱਡ ਤੇ ਵੀ ਉਹਨੇ ਜਾਣਾ ਸੀ, ਪਰ ਆਪਣੇ ਆਪ ਨੂੰ ਉਹ ਇੱਕ ਇਤਿਹਾਸ ਦੇ ਵਿੱਚ ਆਪਣੇ ਪਰਿਵਾਰ ਵਾਸਤੇ ਮਾਣ ਵਾਲੀ ਗੱਲ ਜਿਹੜੀ ਹੈ ਛੱਡ ਗਿਆ। ਤੇ ਉਹ ਪਰਿਵਾਰ ਜਿਨ੍ਹਾਂ ਦੇ ਬੱਚੇ ਦੀ ਜ਼ਿੰਦਗੀ ਵਾਸਤੇ ਉਹਨੇ ਬੈੱਡ ਦਿੱਤਾ ਹੈ, ਉਹ ਵੀ ਸਾਰੀ ਉਮਰ ਇਸ ਨੂੰ ਯਾਦ ਕਰਨਗੇ ਕਿ ਨਹੀਂ। ਬਿਲਕੁਲ ਜੀ ਬਿਲਕੁਲ। ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਦੇ ਪਰਿਵਾਰ ਵਾਲਿਆਂ ਦਾ ਹੁਣ ਜਿਹੜਾ ਸ਼ੱਕ ਹੈ ਉਹ ਸਹੀ ਸਾਬਤ ਹੁੰਦਾ ਨਜ਼ਰ ਆ ਰਿਹਾ। ਕਹਿੰਦੇ ਲੱਗੇ ਖਾਲਿਸਤਾਨੀਆਂ ਨੇ ਕੀਤੀ ਸੀ ਹੱਤਿਆ, 8 ਦੇ ਖਿਲਾਫ ਚਲਾਨ ਪੇਸ਼ ਹੋਇਆ ਹੈ। ਬਿਲਕੁਲ ਜੀ, ਜਿਹੜੀ ਸਾਡੀ ਪੰਜਾਬ ਪੁਲਿਸ ਸੀ ਇਹ ਕਹਿੰਦੀ ਰਹੇਗੀ ਇਹ ਗੈਂਗਸਟਰਾਂ ਦਾ ਕੰਮ ਆ, ਇਹ ਫਰੌਤੀ ਲੈ ਕੇ ਕੰਮ ਕੀਤਾ ਗਿਆ, ਕੋਈ ਹੋਰ ਕੰਮ ਨਹੀਂ ਗਾ। ਇੱਥੋਂ ਤੱਕ ਕਿ ਬਲਵਿੰਦਰ ਸਿੰਘ ਕਾਮਰੇਡ ਦੀ ਸਿਕਿਉਰਿਟੀ ਵਿਡਰਾ ਨਹੀਂ ਕੀਤੀ ਜਾ ਸਕਦੀ। ਇਹ ਵੀ ਲੱਗਦਾ ਕਿ ਸਿਆਸੀ ਕੜਕੱਡੀ ਗਈ ਤੇ ਜਿਹੜੇ ਉੱਥੋਂ ਦੇ SSP ਸੀ ਉਹਨਾਂ ਲਿਖ ਕੇ ਦੇ ਦਿੱਤਾ ਵੀ ਇਸ ਬੰਦੇ ਨੂੰ ਸਿਕਿਉਰਿਟੀ ਦੀ ਹੁਣ ਲੋੜ ਨਹੀਂ। ਲੇਕਿਨ ਜਿਹੜੇ ਇਹੋ ਜਿਹੇ ਬੰਦੇ ਹੁੰਦੇ ਆ ਹਿੱਟ ਲਿਸਟ ਦੇ ਉੱਤੇ, ਉਹਨਾਂ ਨੂੰ ਹਮੇਸ਼ਾ ਹੀ ਸਿਕਿਉਰਿਟੀ ਲੋੜ ਰਹਿੰਦੀ ਆ। ਉਹਨੇ ਕਈ ਵਾਰੀ ਉੱਪਰ ਅਫਸਰਾਂ ਨੂੰ ਲਿਖਿਆ, ਹੋਮ ਮਿਨਿਸਟਰ ਨੂੰ ਲਿਖਿਆ, ਲੇਕਿਨ ਉਹਦੀ ਕਿਸੇ ਸੁਣਾਈ ਨਹੀਂ ਕੀਤੀ ਤੇ ਕੀ ਤੇ ਪਾਣਾ ਵਰਤ ਗਿਆ ਵੀ ਜਿਹੜੀ ਖਾਲਿਸਤਾਨ ਸ਼ਾਇਦ ਕਮਾਂਡੋ ਫੋਰਸ ਜਿਹੜੀ ਸੀ ਉਹਨਾਂ ਨੇ ਉਹਨਾਂ ਦਾ ਮਰਡਰ ਕਰਤਾ। ਔਰ ਇਹ ਪਰਦਾ ਫਾਸ਼ ਕਿੱਥੋਂ ਹੋਇਆ? ਸਾਡੀ ਸਰਕਾਰ ਤੇ ਫਿਰ ਕਹਿੰਦੀ ਰਹੀ, ਸਾਡੀ ਜਿਹੜੀ ਪੁਲਿਸ ਕਹਿੰਦੀ ਰਹੀ ਨਹੀਂ ਜੀ ਇਹ ਗੈਂਗਸਟਰਾਂ ਦਾ ਕੰਮ ਜੀ, ਗੈਂਗਸਟਰ ਦਾ ਕੰਮ। 5 ਅੱਤਵਾਦੀ ਦਿੱਲੀ 'ਚ ਫੜੇ ਗਏ, ਜਿਨ੍ਹਾਂ ਦੇ ਵਿੱਚੋਂ 2 ਬੰਦੇ ਜਿਹੜੇ ਪੰਜਾਬ ਦੇ ਸੀਗੇ ਤੇ ਉਹਨਾਂ ਦਾ ਖਾਲਿਸਤਾਨ ਜਿਹੜੀ ਲਿਬਰੇਸ਼ਨ ਫੋਰਸ ਦੇ ਨਾਲ ਸੰਬੰਧ ਸੀਗਾ। ਤੇ ਕਾਮਰੇਡ ਬਲਵਿੰਦਰ ਸਿੰਘ ਨੂੰ ਮਾਰਨ ਦੀ ਸਾਜ਼ਿਸ਼ ਵੀ ਪਾਕਿਸਤਾਨ 'ਚ ਬਣਾਈ ਗਈ। ਉੱਥੇ ਬਹਿ ਕੇ ਸਾਜ਼ਿਸ਼ ਬਣਾਈ ਗਈ ਵੀ ਹੁਣ ਇਹਦੇ ਕੋਲ ਸਿਕਿਉਰਿਟੀ ਕੋਈ ਨਹੀਂ, ਇਹਨੂੰ ਮਾਰਨਾ ਬੜਾ ਸੌਖਾ ਤੇ ਇਹਨੂੰ ਮਾਰੋ ਤੇ ਆਪਣਾ ਨਾਂ ਕਮਾਓ। ਹੁਣ ਇਸ ਪਰਿਵਾਰ ਵਾਲੇ ਇਹੀ ਗੱਲ ਕਹਿੰਦੇ ਹਾਲੀ ਕਿ ਉਹਨਾਂ ਦੀ ਪਤਨੀ ਜਗਦੀਸ਼ ਕੌਰ ਨੇ ਹਾਈ ਕੋਰਟ ਦੀ ਪਟੀਸ਼ਨ ਕੀਤੀ ਵੀ ਸਾਡੀ ਸਿਕਿਉਰਿਟੀ ਜਿਹਨਾਂ ਵਾਪਸ ਲਈ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ। ਦਿੱਲੀ ਪੁਲਿਸ ਜਦੋਂ ਕਿਹਾ ਫਿਰ ਵੀ ਕਹਿੰਦੇ ਰਹੇ, ਲੇਕਿਨ ਦਿੱਲੀ ਪੁਲਿਸ ਨੇ ਕਿਹਾ ਵੀ ਆਹ ਜਿਹੜੀ ਅਸੀਂ ਇੰਟਰੋਗੇਸ਼ਨ ਕੀਤੀ ਆ ਇਹ ਖਾਲਿਸਤਾਨੀ ਮੰਨੇ ਨੇ ਵੀ ਅਸੀਂ ਬਲਵਿੰਦਰ ਕਾਮਰੇਡ ਦੀ ਹੱਤਿਆ ਪਾਕਿਸਤਾਨ ਸਾਜ਼ਿਸ਼ ਬਣਾ ਕੇ ਜਿਹੜੀ ਸੀ ਫਿਰ ਕੀਤੀ ਹੈ, ਇੱਕ ਪ੍ਰੋਗਰਾਮ ਦੇ ਤਹਿਤ ਕੀਤੀ ਆ। ਤੇ ਫਿਰ ਜਾ ਕੇ ਪੁਲਿਸ ਨੂੰ ਮੰਨਣਾ ਪਿਆ, ਲੇਕਿਨ ਪੁਲਿਸ ਚੁੱਪ ਗੁੜਪ ਰਹੀ। ਲੇਕਿਨ ਹੁਣ ਜੋ ਚਲਾਨ ਪੇਸ਼ ਕੀਤਾ ਤਾਂ ਸੱਚਾਈ ਸਾਹਮਣੇ ਆ ਗਈ ਕਿ 8 ਖਾਲਿਸਤਾਨੀਆਂ ਦੇ ਖਿਲਾਫ ਚਲਾਨ ਪੇਸ਼ ਕਰਕੇ ਹੋਰ ਮੰਨ ਗਏ ਕਿ ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ ਜਿਹੜੀ ਆ ਉਹ ਖਾਲਿਸਤਾਨੀਆਂ ਨੇ ਕੀਤੀ ਸੀ, ਗੈਂਗਸਟਰ ਨੇ ਜੀ। ਪਹਿਲਾਂ ਕਾਲਰ ਨੇ ਪੱਟੀ ਸਾਹਿਬ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ। ਵੈਲਕਮ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ ਚਾਵਲਾ ਜੀ। ਉਹ ਪਹਿਲਾਂ ਮੈਨੂੰ ਕਈ ਦਰ ਤੁਸੀਂ ਹੋੜ ਤੇ ਪਾ ਜੀ। ਪਹਿਲਾਂ ਕਾਲਰ ਨੇ ਪੱਟੀ ਸਾਹਿਬ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ। ਵੈਲਕਮ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ ਚਾਵਲਾ ਜੀ। ਉਹ ਪਹਿਲਾਂ ਮੈਨੂੰ ਕਈ ਦਰ ਤੁਸੀਂ ਹੋੜ ਤੇ ਪਾ ਰੱਖਿਆ ਜੀ। ਵੀਰ ਜੀ ਮੇਰੇ ਕੋਲ ਕੋਈ ਇੱਥੇ ਸੁਪਨਾ ਨਹੀਂ ਆਉਂਦਾ, ਤੁਸੀਂ ਲਾਈਨ ਤੁਹਾਡੀ ਹੈ, ਤੁਸੀਂ 2 ਵਾਰੀ ਆਨਲਾਈਨ ਲਈ ਸੀ ਕਾਲ, ਮੈਨੂੰ ਛੂ ਜੇ ਵਿੱਚ ਸੁਣੀ ਸੀ। ਨਹੀਂ ਗੱਲ ਉਹ ਜਦੋਂ ਇਧਰੋਂ ਮੈਂ ਲਾਈਵ ਇਦਾਂ ਕਰਦਾ ਨਾ, ਮੈਂ ਇਦਾਂ ਲਾਈਨ ਲੈਣਾ ਜਿਹੜੇ ਆ ਤੇ ਉਹਦੇ ਤੇ ਕਿਸੇ ਦੀ ਵੀ ਲਾਈਨ ਜਿਹੜੀ ਚੱਲ ਜਾਂਦੀ ਹੈ, ਲਾਈਨ ਚੱਲ ਜਾਂਦੀ ਹੈ ਤੇ ਮੈਨੂੰ ਤੁਸੀਂ ਪਹਿਲੀ ਗੱਲ ਤੇ ਵੀਰ ਜੀ ਮੈਂ ਕਲੀਅਰ ਕਰਦਾ, ਮੈਨੂੰ ਤੁਸੀਂ
ਸ਼ੱਕ ਦੀ ਨਿਗਾਹ ਦੇ ਨਾਲ ਦੇਖਦੇ ਹੋ, ਮੈਂ 1 ਮਿੰਟ ਲਾਉਣਾ ਕੱਟ ਕੇ ਭਰਾ ਮਾਰਨਾ, ਆਈ ਡੋਂਟ ਕੇਅਰ। ਵਰਲਡ ਵਾਈਡ ਇਹ ਪ੍ਰੋਗਰਾਮ ਚੱਲਦਾ, ਤੁਸੀਂ ਰੈਗੂਲਰ ਲਿਸਨਰ ਹੋ, ਕਦੇ ਤੁਹਾਨੂੰ ਕੱਟਿਆ ਦੱਸੋ ਮੈਨੂੰ? ਚਾਵਲਾ ਜੀ ਐਡਾ ਤਾਂ ਸੀਰੀਅਸ ਕੋਈ ਮੈਟਰ ਨਹੀਂ, ਸੀਰੀਅਸ ਮੈਟਰ ਤੁਹਾਨੂੰ ਲਾਈਨ ਤੇ ਦੇਖੋ ਸ਼ੋਅ ਚੱਲਦਾ ਵੀਰ ਜੀ, ਆਈ ਡੋਂਟ ਕੇਅਰ। ਰਿਸਪੈਕਟ ਨਾ ਯਾਰ, ਤੁਸੀਂ ਮੈਨੂੰ ਕੀ ਪਤਾ ਤੁਹਾਡੀ ਲਾਈਨ 에ਅਰ ਦੇ ਉੱਤੇ ਆਈ ਹੈ ਜਾਂ ਨਹੀਂ ਆਈ। ਹੋਲਡ ਤੁਸੀਂ ਥੋੜੀ ਇਕੱਲੇ 7 ਲਾਈਨਾਂ ਹੋਲਡ ਤੇ ਪਈਆਂ ਹੁੰਦੀਆਂ, ਕਸੂਰ ਤੁਹਾਡਾ ਜਾਂ ਮੇਰਾ। ਮੈਂ ਬੇਨਤੀ ਕਰਾਂ, ਜਦੋਂ ਅਸੀਂ ਲਾਈਨਾਂ ਕਵਾਂਗੇ ਹੁਣ ਨੈਕਸਟ ਟਾਈਮ ਵੀ ਜਦੋਂ ਲਾਈਨਾਂ ਕਵਾਂਗੇ ਉਦੋਂ ਕਾਲ ਕਰਿਆ ਕਰੋ, ਕਿਉਂ ਤੁਸੀਂ ਹੋਲਡ ਕਰਕੇ ਰੱਖ ਛੱਡੋਗੇ, ਸਾਡਾ ਥੋੜੀ ਕਸੂਰ ਆ। ਇੱਧਰੋਂ ਪੱਟੀ ਸਾਹਿਬ ਆਏ, ਤੁਸੀਂ ਲਾਈਨ ਕੱਟ ਕੇ ਹੋਲਡ ਰੱਖ ਦਿੱਤੀ, ਉਹ ਤੁਹਾਡਾ ਵੀ ਜੀ। ਲਾਈਨ ਬਾਈ ਤੁਹਾਡੇ ਤੋਂ ਪਹਿਲਾਂ ਲਾਈਨ ਆਈ, ਮੈਂ ਤਾਂ ਪਹਿਲਾਂ ਲੈਣੀ ਆ, ਜਿਹੜੀ ਪਹਿਲਾਂ ਆਈ ਮੈਂ ਪਹਿਲਾਂ ਲੈਣੀ, ਸੈਕਿੰਡ ਆਈ ਸੈਕਿੰਡ ਲੈਣੀ। ਮੈਨੂੰ ਪਤਾ ਹੀ ਨਹੀਂ, ਇੱਥੇ ਸਾਡੇ ਕੋਲ ਡਿਸਪਲੇ ਹੈ ਨਹੀਂ ਨਾ ਨੂੰ, ਫੋਨ ਆਉਂਦੇ ਆ ਕਿਸੇ ਵੇਲੇ, ਕੋਈ ਚੱਕਰ ਜਿਹਾ ਹੋ ਜਾਵੇ ਤਾਂ ਠੀਕ ਆ। ਪਲੀਜ਼ ਅਗਲੀ ਕਾਲ ਲੈ ਲੈਣਾ ਜੀ। ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਪੱਟੀ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਇਹ ਵੀ ਤਾਂ ਸਾਡੇ ਰੈਗੂਲਰ ਲਿਸਨਰ ਨੇ, ਇਹਨਾਂ ਦੀ ਵੀ ਕਾਲ 에ਅਰ ਤੇ, ਜਿਹੜੇ ਪਹਿਲਾਂ ਆ ਗਏ ਪਹਿਲਾਂ ਲੈ ਲਈ, ਦੂਜੀ ਆਈ ਦੂਜੀ ਲੈ ਲਈ, ਹੋਲਡ ਕਰ ਛੱਡਿਆ ਜੀ। ਐਲੀਗੇਸ਼ਨ ਨਾ ਲਾਓ, ਤੁਸੀਂ ਲਾਈਨ ਤੇ ਆਏ ਹੋ, ਮਤਲਬ ਗੱਲ ਕਰੋ ਸਿੱਧੀ। ਹਾਂਜੀ ਹਾਂਜੀ ਪੱਟੀ ਸਾਹਿਬ, ਪਤਾ ਨਹੀਂ ਜੀ ਸਿੰਘ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ, ਇਹਦੇ ਚ ਕੋਈ ਹੈ ਜਾਂ ਕਿਸੇ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਅਸੀਂ ਜਿਹੜੇ ਕਾਂਗਰਸ MLA ਨੇ ਜਿਨ੍ਹਾਂ ਨੇ ਉਦੋਂ ਕਿਹਾ ਸੀ ਕਿ ਅਸੀਂ ਤੁਹਾਨੂੰ ਇਨਸਾਫ ਦਿਵਾਵਾਂਗੇ, ਉਹ ਜੇ ਸਾਡੇ ਨਾਲ ਨਹੀਂ ਲੱਗਦੇ ਜਾਂ ਰਿਜ਼ਾਈਨ ਨਹੀਂ ਦਿੰਦੇ, ਅਸੀਂ ਉਹਨਾਂ ਦਾ ਘਿਰਾਓ ਕਰਾਂਗੇ। ਨੰਬਰ 1। ਨੰਬਰ 2 ਦੇ ਉੱਤੇ ਜਿਹੜੇ 24 ਮੈਂਬਰ ਜਿਨ੍ਹਾਂ ਨੇ SGP ਦੇ ਮੈਂਬਰ ਉਸ ਵੇਲੇ ਕਿਹਾ ਸੀ ਅਸੀਂ ਰਿਜ਼ਾਈਨ ਦਿੰਦੇ ਹਾਂ ਇਸ ਵਾਸਤੇ, ਜਿਹੜਾ ਸਾਡੀ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਵੀ ਉਹਨਾਂ ਨੇ ਵੀ ਕਿਹਾ ਵੀ ਜੇ ਤੁਸੀਂ ਰਿਜ਼ਾਈਨ ਦੇ ਕੇ ਸਾਡੇ ਨਾਲ ਨਹੀਂ ਆਉਂਦੇ ਤੁਹਾਡਾ ਵੀ ਘਿਰਾਓ ਕਰਾਂਗੇ। ਇਹਦੇ ਬਾਰੇ ਤੁਹਾਨੂੰ ਜ਼ਿਆਦਾ ਗਿਆਨ ਹੋਣਾ, ਮੈਨੂੰ ਇਹ ਨਹੀਂ ਸਮਝ ਆਈ ਵੀ ਉਹਨਾਂ ਨੇ ਕੀਤਾ ਜਾਂ ਇਹਨਾਂ ਨੇ ਕੀਤਾ। ਉਹ ਤਾਂ ਪੋਲੀਟੀਕਲ ਪਾਰਟੀਆਂ ਸਾਰੀਆਂ ਇਕੱਠੀਆਂ ਹੋਈਆਂ, ਪ੍ਰੈਸ ਕਾਨਫਰੰਸ ਉਹ ਤਾਂ ਨਹੀਂ ਕਰ ਸਕਦੇ ਇਹੋ ਜਿਹਾ ਕੰਮ। ਮੇਰਾ ਖਿਆਲ ਹੋ ਸਕਦਾ ਜਥੇਬੰਦੀਆਂ ਨੇ ਕੀਤਾ ਹੋਵੇ ਕਿਸੇ ਨੇ। ਜੀ ਪੱਟੀ ਸਾਹਿਬ, ਹਾਂ ਪਲੀਜ਼ ਦੱਸੋ। ਜਿਹੜੀ ਗੱਲ ਤੁਸੀਂ ਗੱਲ ਕੀਤੀ ਜੇ, ਇਹ ਬਰਗਾੜੀ ਮੋਰਚੇ ਵਾਲਿਆਂ ਕੀਤੀ ਗੱਲ। ਬਰਗਾੜੀ ਮੋਰਚੇ ਵਾਲਿਆਂ ਨੇ ਇਹ ਗੱਲ ਕਹੀ ਆ, ਦਿਓ ਤੁਮ ਸਮਾਂ ਦਿਓ, ਤੁਹਾਡੀ ਮੰਗ ਪੂਰੀ ਹੋਏਗੀ, ਤੁਸੀਂ ਧਰਨਾ ਚੁੱਕ ਦਿਓ ਜੀ। ਜਿਹੜੇ ਸਾਡੇ ਕੋਲ ਆ ਕੇ ਬਹਿੰਦੇ ਰਹੇ, ਸਾਡੇ ਤੇ ਵਾਅਦੇ ਕਰਦੇ ਰਹੇ, ਸਟੇਜ ਤੋਂ ਆ ਕੇ ਬੋਲਦੇ ਪਏ, ਸਾਡੇ ਕੋਲ ਲਾਈਵ ਤਕਰੀਰ ਉਹਨਾਂ ਦੀ ਹੈਗੀ, ਜਿੱਥੇ ਉਹਨਾਂ ਕਿਹਾ ਵੀ ਅਸੀਂ 1 ਸਾਲ ਦੇ ਵਿੱਚ 6 ਮਹੀਨੇ ਵਿੱਚ ਇਮੀਡੀਏਟ ਤੁਹਾਨੂੰ ਇਨਸਾਫ ਦੇਵਾਂਗੇ ਅਸੀਂ ਤਿੰਨਾਂ ਘਟਨਾਵਾਂ ਦਾ, ਬਰਗਾੜੀ ਦਾ ਵੀ, ਬਹਿਬਲ ਦਾ ਤੇ ਕੋਟਕਪੂਰੇ ਦਾ। ਜੀ ਜੀ। ਅੱਜ ਉਹ ਵਿਧਾਇਕ ਤੇ ਮੰਤਰੀ ਕਿੱਥੇ ਨੇ? ਅਸੀਂ ਉਹਨਾਂ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਦੇ ਬਾਹਰ ਜਾ ਕੇ ਮੁਜ਼ਾਹਰੇ ਕਰਾਂਗੇ ਵੀ ਹੁਣ ਅਸਤੀਫੇ ਦੇ ਕੇ ਬਾਹਰ ਆਓ ਤੁਸੀਂ, ਕੈਪਟਨ ਸਰਕਾਰ ਤੋਂ ਜੇ ਨਹੀਂ ਕੁਛ ਸਾਡੇ ਤਾਂ ਬਾਹਰ ਵਿੱਚ ਸੜਕ ਦਿੱਤੇ ਆ। ਕਿਉਂ ਵਾਅਦੇ ਕਰਕੇ ਅਸੀਂ, ਜੇ ਤੁਸੀਂ ਪੂਰੇ ਨਹੀਂ ਕਰ ਸਕਦੇ ਤੁਸੀਂ ਵਾਅਦੇ ਕਰਨਾ, ਤੁਹਾਨੂੰ ਕੀ ਅਧਿਕਾਰ ਸੀ? ਤੁਸੀਂ ਲੋਕਾਂ ਨੂੰ ਗੁੰਮਰਾਹ ਕਰਦੇ ਹੋ। ਦੂਸਰੀ ਚੀਜ਼ ਉਹਨੇ ਇਹ ਗੱਲ ਕੀਤੀ ਹੈ ਕਿ ਜਿਹੜੇ 24 ਮੈਂਬਰਾਂ ਨੇ, ਉਦੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਐਲਾਨ ਕੀਤਾ ਸੀ ਕਿ ਅਸੀਂ ਅਸਤੀਫੇ ਦੇ ਦਿੱਤੇ ਜੇ, ਅਸੀਂ ਜਿਹੜੀ ਆ ਇਹ ਗੁਰੂ ਗ੍ਰੰਥ ਸਾਹਿਬ ਜਿਹੜੀ ਬੇਅਦਬੀ ਹੋਈ ਆ ਇਹ ਤੇ ਦੁੱਖ ਪ੍ਰਗਟ ਕਰਦੇ ਤੁਹਾਡੇ ਨਾਲ। ਲੇਕਿਨ ਉਹ 24 ਦੇ 24 ਮੈਂਬਰਾਂ ਨੇ ਅਸਤੀਫੇ ਜਿਹੜੀ ਅਖਬਾਰਾਂ 'ਚ ਦਿੱਤੇ ਸੀ, ਜ਼ਬਾਨੀ ਕਲਮ ਦਿੱਤੇ, ਤੇ ਅੱਜ ਫਿਰ ਉਹ ਜਿਹੜਾ ਬਾਟੇ 'ਚ ਪਾ ਕੇ ਕੜਾ ਖਾਣ ਦੇ ਉੱਥੇ ਬੈਠੇ। ਜੀ ਜੀ। ਉਹਨਾਂ ਨੇ ਕਿਹਾ ਤੁਸੀਂ ਵੀ ਦੋਸ਼ੀ ਹੋ, ਤੁਹਾਡੀ ਜ਼ਮੀਰ ਨਹੀਂ ਜਾਗੀ, ਝੂਠ ਬੋਲਣਾ, ਤੁਸੀਂ ਠੇਕਾ ਲੈ ਲਿਆ ਤੁਸੀਂ। ਉਹਨਾਂ ਕਿਹਾ ਤੁਹਾਡੇ ਬੂਹੇ ਅੱਗੇ ਬਵਾਂਗੇ ਅਸੀਂ, ਤੁਹਾਡੇ ਕੋਲ ਰਿਜ਼ਾਈਨ ਵੀ ਕਰਾਂਗੇ ਤਾਂ ਤੁਹਾਨੂੰ ਅੱਗੇ ਲਾ ਕੇ ਉਤਾਰਾਂਗੇ ਅਸੀਂ, ਇਸ ਪਾਸੇ ਆਓ ਤੁਸੀਂ। ਇਸ ਵਾਸਤੇ ਚਾਵਲਾ ਸਾਹਿਬ ਬੜੀ ਮੰਦਭਾਗੀ ਗੱਲ, ਪਤਾ ਨਹੀਂ ਇਹਨਾਂ ਲੋਕਾਂ ਨੂੰ ਸ਼ਰਮ ਕਦੋਂ ਆਊਗੀ ਜਿਹੜੇ ਗੁਰੂ ਦਾ ਖੰਡ ਦਿੱਤਾ ਖਾਂਦੇ ਹੋ ਤੁਸੀਂ, ਤੁਹਾਨੂੰ ਉਹਦੀ ਬੇਇੱਜ਼ਤੀ ਦਾ ਕੋਈ ਦਰਦ ਨਹੀਂ। ਅਸੀਂ ਬਾਦਲਾਂ ਨੂੰ ਪੋਲੀਟੀਕਲ ਪਾਰਟੀ ਛੱਡ ਲਈ, ਅਸੀਂ ਉਹਨਾਂ ਦੀ ਜ਼ਮੀਰ ਮਰ ਚੁੱਕੀ ਹੈ ਜੀ। ਘੱਟੋ ਘੱਟ ਇਹਨਾਂ ਲੋਕਾਂ ਦੀ ਜ਼ਮੀਰ ਥੋੜੀ ਬੜੀ ਕੰਮ ਕਰਦੀ ਹੋਊ, ਇਹਨਾਂ ਦੇ ਪਰਿਵਾਰਾਂ ਦੀ ਕਰਦੀ ਹੋਊ, ਕਿੱਥੇ ਬੈਠੇ ਨੇ ਲੋਕ ਜੀ। ਇਹਨਾਂ ਨੂੰ ਕਹੀਦਾ, ਜਦੋਂ ਆ ਕਹੀਦਾ ਤੁਸੀਂ ਜਿਹਦਾ ਕਿ ਕੁਝ ਕਰਦੇ ਨਹੀਂ, ਉਹ ਸਾਡੀ ਸੁਣਦਾ ਕੌਣ ਹੀ, ਸੁਣਦਾ ਨਹੀਂ, ਪਾਸੇ ਹੋ ਜਾਂਦੇ ਕਿਉਂ ਬੈਠੇ ਤੁਸੀਂ ਉੱਧਰ? ਜੀ ਜੀ ਬਿਲਕੁਲ 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 ਬਿਲਕੁਲ। ਅਗਲਾ ਮੇਰਾ ਅਹਿਮ ਸਵਾਲ, ਬਰਗਾੜੀ ਵਾਲੇ ਦਾ ਬਹੁਤ ਵਧੀਆ ਫੈਸਲਾ ਹੈਗਾ ਕਿ ਘੱਟੋ ਘੱਟ ਨੂੰ ਅਹਿਸਾਸ ਹੋਏ ਕਿ ਅਸੀਂ ਗਲਤੀ ਕੀਤੀ ਜੀ। ਹਾਂਜੀ ਹਾਂਜੀ। ਚਲੋ ਮੈਂ ਇੱਕ ਗੱਲ ਕਲੀਅਰ ਕਰਦਾ ਜੀ, ਇੱਕ ਮੈਂ ਕੱਲ ਵੀ ਗੱਲ ਕੀਤੀ ਸੀ ਤੇ ਅੱਜ ਵੀ ਕੀਤੀ ਆ, ਔਨ 에ਅਰ ਆ ਕੇ ਕਿਸੇ ਬੰਦੇ ਨੂੰ ਕੋਈ ਵੀ ਮੈਂ ਵੱਧ ਘੱਟ ਬੋਲਣ ਨਹੀਂ ਦੇਣਾ। ਦਿਲ ਕਰਦਾ ਪ੍ਰੋਗਰਾਮ 'ਚ ਕਾਲ ਕਰੋ, ਦਿਲ ਕਰਦਾ ਨਹੀਂ ਕਰੋ। ਕਿਸੇ ਵੀ ਮਹਿਮਾਨ ਦੇ ਪ੍ਰਤੀ ਨਾ ਵੱਧ ਘੱਟ ਬੋਲਣ ਦੇਣਾ, ਨਾ ਮੈਂ ਆਪਣੇ ਪ੍ਰਤੀ। ਰਿਸਪੈਕਟ ਕਰਦੇ ਹਾਂ, ਤੁਹਾਡੀ ਕਾਲ ਪਹਿਲਾਂ ਆ ਗਈ ਤਾਂ ਪਹਿਲਾਂ ਲੈ ਲਈ, ਤੁਹਾਡੀ ਜੇ 6ਵੇਂ ਨੰਬਰ 'ਤੇ ਹੋਊ ਤਾਂ 6ਵੇਂ ਨੰਬਰ ਤੱਕ ਤੁਹਾਨੂੰ ਹੋਲਡ ਕਰਨਾ ਪਊਗਾ। ਸੋ ਜਦੋਂ ਅਸੀਂ ਕਹੀਏ
ਉਦੋਂ ਕਾਲ ਕਰ ਲਿਆ ਕਰੋ। ਜੇ ਤੁਹਾਡੀ ਫਸਟ ਹੈ ਤਾਂ ਅੱਜ ਤੁਹਾਡੀ ਵੀਰ ਜੀ ਪਹਿਲਾਂ ਲੈ ਲਈ, ਜੇ ਤੁਹਾਨੂੰ ਮੈਂ ਹੋਲਡ ਤੇ ਰੱਖਣਾ ਤੁਹਾਡੀ ਪਹਿਲਾਂ ਕਾਲ ਕਿਉਂ ਮੈਂ ਲੈ ਲਈ? ਡੂ ਯੂ ਥਿੰਕ ਅਬਾਊਟ ਦੈਟ? ਸੋਚੋ ਨਾ ਇਹਦੇ ਬਾਰੇ ਵੀ ਕਿ ਮੇਰੀ ਪਹਿਲਾਂ ਲੱਗ ਗਈ, ਜਦੋਂ ਤੁਹਾਡੇ ਪਹਿਲਾਂ ਕਾਲ ਆਈ ਤੇ ਪਹਿਲਾਂ ਦੂਜੀ ਦੀ ਕਾਲ ਤੇ ਜਿਹੜੇ ਦੂਜੇ ਬੰਦੇ ਸੀ ਉਹ ਲੈ ਲਈ। ਹੁਣ ਖਾਲੀ ਨਹੀਂ ਇਸ ਵਕਤ, ਜਿਹੜੀ ਆ ਗਈ ਮੈਂ ਉਹ ਚੱਕ ਲੈਣੀ। ਕਿਸੇ ਵੇਲੇ ਹੱਥ ਲੱਗ ਗਿਆ, ਟੈਕਨੀਕਲ ਇਹਦੇ ਸਾਡੇ ਸਿਸਟਮ ਹੈ, ਗੱਲ ਨੂੰ ਤੁਸੀਂ ਇਸ਼ੂ ਬਣਾ ਲਿਆ, ਲਾਈਨ ਹੋਲਡ ਰੱਖੀ। ਕਿੰਨੀ ਵਾਰੀ ਤੁਸੀਂ ਡੇਲੀ ਕਾਲ ਕਰਦੇ ਹੋ ਵੀਰ ਜੀ, ਕਦੀ ਤੁਹਾਨੂੰ ਕੱਟਿਆ? ਤੁਹਾਡੀ ਪਹਿਲਾਂ ਆ ਗਈ, ਪਹਿਲਾਂ ਦੂਜੇ ਨੰਬਰ ਤੇ ਆ ਗਈ, ਦੂਜੇ ਨੰਬਰ ਤੇ ਲੈ ਲਈ। ਇਸੇ ਤਰ੍ਹਾਂ ਸਾਨੂੰ ਜਦੋਂ ਡੋਨੇਸ਼ਨ ਦੇਣ ਵਾਲੀਆਂ ਕਾਲਾਂ ਆਉਂਦੀਆਂ ਉਹ ਵੀ 7-6 ਫਲੈਸ਼ ਕਰ ਰਹੀਆਂ ਹੁੰਦੀਆਂ, ਤਾਂ ਉਹਨਾਂ ਦੀ ਕਿਸੇ ਵਿੱਚ ਕਈ ਡਰੋਪ ਕਰ ਜਾਂਦੇ, ਨਹੀਂ ਹੋਲਡ ਕਰ ਸਕਦੇ। ਸੋ ਇਸ ਕਰਕੇ ਇਹ ਤੇ ਆ ਕਿ ਪੁਆਇੰਟ ਟੂ ਪੁਆਇੰਟ ਗੱਲ ਕਰਿਆ ਕਰੋ ਤੇ ਗੱਲ ਨੂੰ ਖਿੱਚਿਆ ਨਾ ਕਰੋ। ਸਿਆਣੇ ਬਣੋ, ਪੁਨਸਾ ਛੱਡ ਦਿਓ। ਸੰਯੁਕਤ ਕਿਸਾਨ ਮੋਰਚੇ ਨੇ ਕਰੋਨਾ ਨੂੰ ਵੇਖਦੇ ਸੰਸਦ ਵੱਲ ਜਾਣ ਦਾ ਮਾਰਚ ਰੱਦ ਕੀਤਾ। ਚੰਗਾ ਹੈ, ਨੌਜਵਾਨ ਫਿਰ ਭੜਕੇ ਨੇ, ਨੌਜਵਾਨਾਂ ਦੇ ਭੜਕਣਾ ਨੌਜਵਾਨਾਂ ਦੇ 'ਚ ਗਰਮ ਹੈ, ਪਰ ਦੂਜੇ ਪਾਸੇ ਜਿਹੜਾ ਕਰੋਨਾ ਦਿੱਲੀ ਦੇ ਵਿੱਚ ਉਹ ਕਹਿਰ ਪਹੁੰਚਾ ਰਿਹਾ। ਇਹ ਵੀ ਖਬਰ ਆ ਰਹੀ ਹੈ ਕਿ ਮਈ ਦੇ ਅੱਧ ਤੱਕ ਭਾਰਤ ਵਿੱਚੋਂ 1 ਨਹੀਂ 2 ਨਹੀਂ 3 ਨਹੀਂ 38 ਤੋਂ 48 ਲੱਖ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਸਕਦੀ ਹੈ। ਜੀ ਕੀ ਕਹਿਣਾ ਚਾਹੋਗੇ? ਚਾਵਲਾ ਸਾਹਿਬ, ਜਿੱਥੋਂ ਤੱਕ ਆਪਾਂ ਪਹਿਲੀ ਗੱਲ ਕੀਤੀ ਆ ਕਿ ਮੈਂ ਸੋਚਦਾ ਕਿ ਕਿਸਾਨ ਜਥੇਬੰਦੀਆਂ ਨੇ ਬਹੁਤ ਚੰਗਾ ਫੈਸਲਾ ਲਿਆ ਕਿ ਅਸੀਂ ਮਾਰਚ ਬਾਅਦ ਵੀ ਕਰ ਸਕਦੇ। ਦਿੱਲੀ ਬੰਦ, ਦਿੱਲੀ 'ਚ ਲਾਕਡਾਊਨ ਲੱਗਾ, ਅਸੀਂ ਜਾ ਕੇ ਉਹਨਾਂ ਲੋਕਾਂ ਨੂੰ ਖਰਾਬ ਕਿਉਂ ਕਰੀਏ? ਜਾਣਾ ਦਿੱਲੀ ਦੇ ਵੇਚਦੀ ਹੈ ਨਾ, 4 ਦਿਨ ਬਾਅਦ ਕਰ ਲਾਂਗੇ ਮਾਰਚ, ਕੋਈ ਗੱਲ ਨਹੀਂ। ਲੇਕਿਨ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਸੀ ਵੀ 26 ਜਨਵਰੀ ਤੋਂ ਬਾਅਦ ਜਿਹੜੀ ਘਟਨਾ ਵਾਪਰੀ ਆ, ਉਦੋਂ ਬਾਅਦ ਜਿਹੜਾ ਵੀ ਸੀ ਇੱਕ ਤੇ ਮੋਰਚਾ ਬਿਲਕੁਲ ਸ਼ਾਂਤ ਹੋਇਆ ਵਾ, ਮੋਰਚੇ 'ਚ ਸਥਿਰਤਾ ਆਈ ਆ ਤੇ ਭਰੋਸੇਯੋਗਤਾ ਵਧੀ ਜੀ। ਹੁਣ ਫਿਰ ਕੁਝ ਨੌਜਵਾਨਾਂ ਜਾ ਕੇ ਇਹਨਾਂ ਨੂੰ ਕਹਿੰਦੇ ਵੀ ਤੁਸੀਂ ਇਹ ਰੱਦ ਕਿਉਂ ਕੀਤਾ, ਅਸੀਂ ਮਾਰਚ ਕਰਾਂਗੇ। ਜੋਗਿੰਦਰ ਸਿੰਘ ਉਗਰਾਹਾਂ ਜਿਹੜੇ ਉਹ ਸਭ ਤੋਂ ਮਜ਼ਬੂਤ ਲੀਡਰ ਨੇ ਅਸਲ ਜਿਹੜੇ ਕਿਸਾਨ ਲੀਡਰਾਂ ਦੇ ਵਿੱਚ, ਜਿਹਦੀ ਫੋਲੋਇੰਗ ਜ਼ਿਆਦੀ ਹੈ। ਟਿੱਕਰੀ ਬਾਦਲ ਤੇ ਇਕੱਲਾ ਹੀ ਮੋਰਚਾ ਲਾ ਕੇ ਬਿਠਾ, ਉਹਨੇ ਕਿਹਾ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਬਿਲਕੁਲ ਦਰੁਸਤ ਹੈ, ਸਾਰੀਆਂ ਜਥੇਬੰਦੀਆਂ ਨੇ ਸਾਂਝੇ ਰੂਪ 'ਚ ਫੈਸਲਾ ਲਿਆ, ਇਕੱਲੇ ਨੇ ਫੈਸਲਾ ਨਹੀਂ ਲਿਆ। ਇਸ ਕਰਕੇ ਸਾਡਾ ਫੈਸਲਾ ਅਟਾਲਾ, ਅਸੀਂ ਮਾਰਚ ਨਹੀਂ ਕਰਾਂਗੇ। ਜੇ ਕਿਸੇ ਨੇ ਕਰਨਾ ਤੇ ਜੀ ਸਦ ਕਰਕੇ ਅਸੀਂ ਰੋਕਦੇ ਨਹੀਂ ਉਹਨੂੰ, ਲੇਕਿਨ ਸਵਾਰੀ ਆਪਣੇ ਸਵਾਲ ਦੀ ਆਪ ਜ਼ਿੰਮੇਵਾਰ ਹੋਈ। ਮੁੜ ਕੇ ਕੱਲ ਨੂੰ ਸਾਨੂੰ ਨਾ ਕਵੇ ਕਿ ਸੰਯੁਕਤ ਮੋਰਚੇ ਨੇ ਕੁਛ ਕਰਦੇ, ਡਰਦੇ ਨਹੀਂ। ਬਿਲਕੁਲ, ਅਸੀਂ ਸਿਰਫ ਆਪਣੀ ਗੱਲ ਨਹੀਂ ਕਰਨੀ, ਅਸੀਂ ਲੋਕਾਂ ਦੀ ਵੀ ਸਹੂਲਤ ਵੇਖਣੀ, ਲੋਕਾਂ ਨੂੰ ਸਾਡੇ ਕਰਕੇ ਪਰੇਸ਼ਾਨੀ ਨਾ ਹੋਵੇ। ਬਿਲਕੁਲ ਬਿਲਕੁਲ ਬਿਲਕੁਲ। ਇੱਥੋਂ ਤੱਕ ਕਿ ਸਾਡੇ ਲੋਕ ਨੇ ਜਿਹੜੇ ਉੱਥੇ ਚਲੋ ਝੁੱਗੀਆਂ ਪਾ ਲਈਆਂ ਜਾਂ ਕੋਠੇ ਪਾ ਲਏ, ਵੱਖਰੀ ਗੱਲ, ਮੱਝਾਂ ਲੈ ਕੇ ਨੇ ਉੱਥੇ। ਅੱਛਾ ਜੀ, 6-7 ਮੱਝਾਂ ਲੈ ਕੇ ਨੇ ਉੱਥੇ ਵੀ ਦੁੱਧ ਆਪਣਾ ਪੀਣਾ, ਜੇ ਮੱਝ ਹੋ ਕੇ ਇੱਥੇ ਜੀ ਦੁੱਧ ਆਪਣਾ ਪੀਣਾ। ਕੀ ਬਾਤ। ਚਲੋ ਪੱਠੇ ਪਾਣੀ ਦਾ ਫਿਰ ਕਿਵੇਂ ਪ੍ਰਬੰਧ ਲੱਗੇ ਪਿੰਡਾਂ 'ਚੋਂ? ਬੜੇ ਪੱਠੇ ਵਾਧੂ, ਪੱਠੇ ਦੀ ਕੋਈ ਚਿੰਤਾ ਨਹੀਂ। ਅੱਜ ਤੱਕ ਜਿਹੜੇ ਹਰਿਆਣੇ ਦੇ ਕਿਸਾਨ ਆ ਉਹਨਾਂ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ। ਉਹਨਾਂ ਦੀਆਂ ਗੱਡੀਆਂ ਵੱਖੋ ਵੱਖਰੀਆਂ ਆਉਂਦੀਆਂ, ਰੋਜ਼ ਆਉਂਦੀਆਂ, ਵੀ ਜੇ ਕਿਸੇ ਨੂੰ ਆਟਾ ਸੀਧਾ ਆਟਾ ਲੈ ਲਓ, ਦਾਲ ਦੀ ਦਾਲ ਲੈ ਲਓ, ਸਬਜ਼ੀ ਦੀ ਸਬਜ਼ੀ ਲੈ ਲਓ, ਦੁੱਧ ਜੋ ਲੈ ਲਓ, ਫਰੀ ਲਓ। ਬੋਲੇ ਬੋਲੇ ਬੋਲੇ, ਠੀਕ ਹੈ ਠੀਕ ਹੈ। ਬੜੀ ਵੱਡੀ ਕੁਰਬਾਨੀ ਉਹਨਾਂ ਲੋਕਾਂ ਦੀ ਮੈਂ ਸੋਚੀ। ਚਲੋ ਰੋਜ਼ ਕੰਮ ਕਰਨਾ। ਮੱਝਾਂ ਲੈ ਗਏ ਨੇ ਤੇ ਪਾਥੀਆਂ ਪੱਥ ਕੇ ਗਰਮੀਆਂ ਦੇ ਵਿੱਚ, ਤੇ ਨਾਲੇ ਤੇ ਫਿਰ ਬਾਲਣ ਵੀ ਬਣ ਗਿਆ। ਜੀ ਜੀ ਜੀ, ਘਰ ਦਾ ਦੁੱਧ, ਘਰ ਦਾ ਘਿਓ ਤੇ ਘਰ ਦਾ ਮੱਖਣ ਤੇ ਘਰ ਦੀ ਲੱਸੀ। ਜੀ ਹਾਂਜੀ। ਦੂਸਰੀ ਗੱਲ ਕਰਦੇ ਜੀ ਆਪਾਂ ਕਰੋਨਾ ਦੀ, ਘਰ ਦਾ ਦਹੀਂ। 38 ਤੋਂ 48 ਮੇਰੇ ਨਾਲ ਕਾਲਰ ਨੇ, ਕਾਲ ਲੈ ਲਈਏ। ਵੈਲਕਮ ਜੀ। ਹਾਂਜੀ ਵੀਰੇ, ਦੋਨੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕੁਐਸਚਨ ਭੱਟੀ ਸਾਹਿਬ ਜੀ ਨੇ ਖਬਰ ਦਿੱਤੀ ਹੈ ਜੀ, ਆਪਣੇ 80 ਸਾਲ ਦੇ ਬਜ਼ੁਰਗ ਨੇ ਜਿਹੜਾ ਬੈੱਡ ਛੱਡਿਆ। ਸਲੂਟ ਆ ਜੀ, ਹੈਗੀ ਆ ਚੰਗੇ ਲੋਕ ਜਿਨ੍ਹਾਂ ਦੇ ਸਿਰ ਤੇ ਦੁਨੀਆ ਖੜੀ ਆ ਨਾ। ਸਾਡੇ ਕੋਲ ਫੋਟੋ ਵੀ ਹੈਗੀ ਆ ਜੀ ਉਸ ਬਜ਼ੁਰਗ ਦੀ। ਹਾਂਜੀ, ਸਲੂਟ ਆ ਜੀ, ਸਲੂਟ ਕਰਦੇ ਆ ਬਜ਼ੁਰਗ ਨੂੰ ਜਿਹੜੀ ਖਬਰ ਦਿੱਤੀ ਆ ਨਾ। ਤੇ ਦੂਸਰੀ ਗੱਲ ਭੱਟੀ ਸਾਹਿਬ, ਮੇਰਾ ਕੁਐਸਚਨ ਆ ਵੀ ਜਿਹੜਾ ਦੂਸਰਾ ਇਹ ਕਿਸਾਨਾਂ ਨੂੰ ਉੱਥੇ ਧਰਨੇ ਦੇ ਉੱਪਰ ਵੈਕਸੀਨ ਲਾਉਣ ਦੀ ਗੱਲ ਕਰਦੇ ਆ ਕਰੋਨਾ ਦੀ, ਲਵਾ ਲੈਣੀ ਚਾਹੀਦੀ ਉਹਨਾਂ ਨੂੰ। ਉਹਦੇ ਵਿੱਚ ਹੁਣ ਮੇਰੇ ਹਿਸਾਬ ਨਾਲ ਤਾਂ ਕੁਝ ਗਲਤ ਲੱਗਦਾ ਨਹੀਂਗਾ। ਉਹ ਕਹਿੰਦੇ ਅਸੀਂ ਲਵਾਉਣੀ ਨਹੀਂ, ਜਾਂ ਤੇ ਕਰੋਨਾ ਹੈ ਨਹੀਂਗਾ, ਹੈਗਾ ਚਾਹੇ ਨਹੀਂ ਹੈਗਾ, ਉਹਨਾਂ ਨੂੰ ਲਵਾ ਲੈਣੀ ਚਾਹੀਦੀ ਆ। ਇੱਕ ਤਾਂ ਇਹਦਾ ਮੈਨੂੰ ਉੱਤਰ ਦਿਓ। ਇੱਕ ਦੂਸਰਾ, ਆਪਣੇ ਜਿਹੜਾ ਜਾਖੜ ਨੇ ਤੇ ਕੱਲ ਸੁਖਵਿੰਦਰ ਰੰਧਾਵੇ ਨੇ ਅਸਤੀਫਾ ਦਿੱਤਾ ਵਾ ਕੈਬਨਿਟ ਤੋਂ, ਉਹਨਾਂ ਨੇ ਆਪਣੇ ਕੈਪਟਨ ਨੂੰ ਉਹਨੇ ਮਨਜ਼ੂਰ ਨਹੀਂ ਕੀਤਾ। ਇਹਦੇ ਬਾਰੇ 2 ਕੁਐਸਚਨ ਦੱਸਿਓ ਮੇਰੇ ਕੋਲ। ਥੈਂਕ ਯੂ ਜੀ। ਮੈਂ ਤੁਹਾਨੂੰ ਆਉਂਦੀ
ਜਿਹੜੀ ਪਹਿਲੀ ਗੱਲ ਤੁਸੀਂ ਕਰੋਨਾ ਦੀ ਗੱਲ ਕੀਤੀ ਆ, ਸੰਯੁਕਤ ਕਿਸਾਨ ਮੋਰਚੇ ਨੇ ਬਿਲਕੁਲ ਨਹੀਂ ਮਨਾ ਕੀਤਾ ਕਿ ਅਸੀਂ ਵੈਕਸੀਨ ਨਹੀਂ ਲਵਾਉਣਾ। ਉਹਨਾਂ ਕਿਹਾ ਅਸੀਂ ਪੰਜਾਬ ਤੋਂ ਟੀਮਾਂ ਬੁਲਾਵਾਂਗੇ, ਸਾਰਿਆਂ ਨੂੰ ਵੈਕਸੀਨ ਲਵਾਂਗੇ, ਆਪ ਲਵਾਂਗੇ ਵੈਕਸੀਨ ਲਵਾ ਤੁਸੀਂ। ਜੇ ਕਿਸੇ ਨੇ ਆਪਣੇ ਲੈਵਲ ਤੇ ਕਿਹਾ ਵੀ ਨਹੀਂ ਲਵਾਉਣਾ ਤੇ ਉਹਦੀ ਮਰਜ਼ੀ, ਲੇਕਿਨ ਸੰਯੁਕਤ ਕਿਸਾਨ ਮੋਰਚੇ ਨੇ ਬਿਲਕੁਲ ਕਿਸੇ ਨੂੰ ਮਨਾ ਨਹੀਂ ਕੀਤਾ। ਤੇ ਮੈਂ ਤੁਹਾਨੂੰ ਇਹ ਦੱਸਾਂ, ਬਹੁਤ ਸਾਰੇ ਲੋਕਾਂ ਨੇ ਉੱਥੇ ਵੈਕਸੀਨ ਲਵਾ ਵੀ ਲਿਆ, ਕੋਈ ਇੱਥੋਂ ਆ ਕੇ ਲਵਾ ਲਿਆ ਜਾਂ ਉੱਥੋਂ ਲਵਾ ਲਿਆ, ਬਹੁਤ ਸਾਰੇ ਲੋਕਾਂ ਨੇ ਲਵਾ ਲਿਆ ਉੱਥੇ ਵੈਕਸੀਨ। ਜਿਹੜੇ ਰਹਿ ਗਏ ਨੇ ਉਹ ਵੀ ਲਵਾ ਲੈਣਗੇ। ਜਿਹੜੀ ਗੱਲ ਤੁਸੀਂ ਸੁੱਖੀ ਰੰਧਾਵੇ ਤੇ ਕੀਤੀ ਆ, ਜਾਖੜ ਸਾਹਿਬ ਦੀ ਗੱਲ ਕੀਤੀ, ਇਹ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਪਹਿਲੀ ਗੱਲ ਤੇ ਜੇ ਕਿਤੇ ਜਾਖੜ ਸਾਹਿਬ ਨੇ ਅਸਤੀਫਾ ਦੇਣਾ ਸੀ, ਉਹਨਾਂ ਦਾ ਅਸਤੀਫਾ ਜਿਹੜਾ ਮਨਜ਼ੂਰ ਕਰਨਾ ਤੁਸੀਂ ਕੈਪਟਨ ਨੇ ਕਰਨਾ। ਕੈਪਟਨ ਕੋਲੇ ਤੇ ਨਾ ਕਿਸੇ ਨੂੰ ਰੱਖਣ ਦੀ ਤੇ ਨਾ ਕਿਸੇ ਨੂੰ ਕੱਢਣ ਦੀ ਪਾਵਰ ਹੀ ਨਹੀਂ ਹੈਗੀ। ਇੱਥੋਂ ਤੱਕ ਜੇ ਸਿੱਧੂ ਨੂੰ ਵੀ ਕੱਢਣਾ ਤੇ ਸਿਰਫ ਜਾਖੜ ਸਿਫਾਰਸ਼ ਕਰਕੇ ਭੇਜ ਸਕਦਾ ਵੀ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਜੀ। ਕਾਰਵਾਈ ਸੈਂਟਰ ਹਾਈਕਮਾਂਡ ਨੇ ਕਰਨੀ ਹੈ। ਸੁੱਖੀ ਰੰਧਾਵੇ ਦੇ ਜਜ਼ਬਾਤਾਂ ਦਾ ਕਿ ਜਿਹੜੇ ਉਹਦੇ ਅਸਤੀਫਾ ਲਿਖ ਕੇ ਨਹੀਂ ਲੱਗੇ ਗਿਆ। ਜਾਖੜ ਦਾ ਪਹਿਲਾਂ ਲਿਖਿਆ ਜੇਬ 'ਚ ਪਾਇਆ ਸੀਗਾ, ਲਿਖ ਕੇ ਲੈ ਕੇ ਨਹੀਂ ਸੀ ਗਿਆ। ਉਹ ਜਿਹੜੇ ਕਾਗਜ਼ ਦਿੱਤੇ ਸੀ ਇਹਨਾਂ ਨੂੰ ਹਮੇਸ਼ਾ ਰਿਪੋਰਟ ਦੇ ਕਾਗਜ਼ ਸੀ ਪੜ੍ਹਨ ਵਾਸਤੇ, ਤੇ ਮਗਰਲਾ ਕਾਗਜ਼ ਪੜ੍ਹਿਆ ਤਾਂ ਉਹਦੇ ਪਿਛਲੇ ਪਾਸੇ ਜਿਹੜਾ ਸੀ ਅਸਤੀਫਾ ਲਿਖ ਦਿੱਤਾ। ਚੁੱਕੋ ਮੇਰਾ ਅਸਤੀਫਾ ਤੁਸੀਂ, ਜੇ ਤੁਸੀਂ ਕਰਨਾ ਕੁਛ ਨਹੀਂ ਫਿਰ ਕਰਨਾ ਕਿੱਥੇ ਕੀ ਹੈ। ਪਹਿਲੀ ਗੱਲ ਤੇ ਕੈਪਟਨ ਸਾਹਿਬ ਨੂੰ ਸਗੋਂ ਉੱਥੇ ਬੜੇ ਸ਼ਾਂਤਮਈ ਤਰੀਕੇ ਨਾਲ ਜਵਾਬ ਦੇਣੇ ਚਾਹੀਦੇ ਸੀ ਵੀ ਸਾਡੀ ਨਲਾਇਕੀ ਕਿੱਥੇ ਰਹੀ ਆ, ਉਹ ਸੁਧਾਰ ਕਰੀਏ ਸੀ। ਤੁਸੀਂ ਇਹ ਕਹਿੰਦੇ ਕਿ ਜੇ ਕਹਿੰਦੇ ਰਹਿਣਾ ਰਵੇ, ਨਹੀਂ ਰਹਿਣਾ ਰਵੇ, ਕਿਉਂਕਿ ਕਾਂਗਰਸ ਤੁਹਾਡੇ ਪਿਓ ਦੀ ਆ। ਤੁਸੀਂ ਵੀ ਤੇ 12 ਸਾਲ ਬਾਹਰ ਰਹੇ ਹੋ। ਬਿਲਕੁਲ, ਹਾਂ ਬਿਲਕੁਲ ਬਿਲਕੁਲ। ਫਿਰ ਆਏ ਤੁਸੀਂ ਇਹਦੇ 'ਚ। ਇਸ ਕਰਕੇ ਕਾਂਗਰਸ ਪਾਰਟੀ ਜਿਹੜੀ ਹੈ ਸਮੁੱਚੇ ਦੇਸ਼ ਵਾਸੀਆਂ ਦੀ ਪਾਰਟੀ ਹੈ, ਕੋਈ ਇਕੱਲੇ ਇੱਕ ਬੰਦੇ ਦੀ ਪਾਰਟੀ ਨਹੀਂ। ਜੇ ਕੋਈ ਐਕਸ਼ਨ ਲੈਣਾ ਕਿਸੇ ਦੇ ਖਿਲਾਫ, ਉਹ ਲੈਣਾ ਵਾ ਸੈਂਟਰਲ ਹਾਈਕਮਾਂਡ ਨੇ। ਬਿਲਕੁਲ। ਹੁਣ ਸਿੱਧੂ ਨੇ ਕੀ ਕਿਹਾ? ਸਿੱਧੂ ਨੇ ਚੋਣ ਦੀ ਆਪਣੇ ਕਿਤੇ ਵੀ ਟਵਿੱਟਰ 'ਚ ਗੱਲ ਨਹੀਂ ਕੀਤੀ, ਲੇਕਿਨ ਕੈਪਟਨ ਨੇ ਗੱਲ ਆਪਣੀ ਮੇਰੇ ਨਾਲ ਚੋਣ ਲੜਕੇ ਵੇਖਦਾ। ਭਾਈ ਮੌਕਾ ਤੂੰ ਵੀ ਵੇਖ ਲੂਗਾ, ਕਿਹੜੀ ਗੱਲ ਹੈਗੀ। ਬਿਲਕੁਲ ਬਿਲਕੁਲ ਬਿਲਕੁਲ। ਅੱਗੇ 97 ਚ ਹੀ ਤੁਹਾਡੀ ਜਮਾਤ ਜ਼ਬਤ ਨਹੀਂ ਹੋਈ, ਤੁਸੀਂ ਵੀ ਤਾਂ ਇਲੈਕਸ਼ਨ ਲੜੀ ਸੀ ਨਾ, ਤੇ ਉਹਦੀ ਵਜ੍ਹਾ ਫਿਰ ਵੀ ਤੋਪ ਚੱਲ ਰਹੀ ਇੱਥੇ। ਇਸ ਕਰਕੇ ਉਹਨੇ ਕਿਹਾ ਵੀ ਇੱਧਰ ਉਧਰ ਦੀ ਗੱਲਾਂ ਨਾ ਕਰੋ, ਤੁਸੀਂ ਜਿਹੜੀ ਗੱਲ ਤੁਹਾਨੂੰ ਪੁੱਛੀ ਉਹਦਾ ਜਵਾਬ ਦਿਓ। ਕਿਉਂ ਨਹੀਂ ਅਸੀਂ ਸਹੁੰ ਖਾਧੀ ਸੀ? ਤੁਸੀਂ ਕਾਂਗਰਸ ਪਾਰਟੀ ਧੱਬਾ ਲਾਇਆ, ਤੁਸੀਂ ਗੁਰੂ ਬਾਣੀ ਦਾ ਧੱਬਾ ਲਾਇਆ, ਤੁਸੀਂ ਗੁਰੂ ਗ੍ਰੰਥ ਸਾਹਿਬ ਨੇ ਇਨਸਾਫ ਦੀ ਗੱਲ ਕੀਤੀ ਸੀ, ਕੀ ਦਿੱਤਾ ਤੁਸੀਂ ਇਨਸਾਫ? ਇਸ ਕਰਕੇ ਵੀਰ ਜੀ ਜਿਹੜੀ ਗੱਲ ਕਰਦਾ ਵਾ ਉਹਨਾਂ ਦੀ ਆਪਣੇ ਦੀ ਜਾਖੜ ਸਾਹਿਬ ਦੀ, ਉਹ ਡੈਮੇਜ ਕੰਟਰੋਲ ਕਰਨ ਦੀ ਵੀ ਚਰਚਾ ਹੋਵੇ ਜਿਵੇਂ ਕੋਈ ਅਸਤੀਫਾ ਦਿੱਤਾ, ਲੇਕਿਨ ਸੁੱਖੀ ਰੰਧਾਵੇ ਨੇ ਅਸਤੀਫਾ ਜਿਹੜਾ ਦਿੱਤਾ ਉਹ ਬਕਾਇਦਾ ਉੱਥੇ ਰਫ ਆ ਕੇ ਦੇਖ ਕੇ ਦਿੱਤਾ ਮੌਕੇ ਦੇ ਜੀ। ਮੇਰੇ ਖਿਆਲ 'ਚ ਇੱਕ ਕਾਲਰ ਸੈੱਲ ਫੋਨ ਤੋਂ ਫੋਨ ਲੈ ਕੇ ਇੱਧਰਲੇ ਪਾਸੇ ਆਏ ਨੇ, ਅਦਰਵਾਈਜ਼ ਸਾਡਾ ਸਮਾਂ ਤਾਂ ਹੋ ਗਿਆ। ਦੇਖਦੇ ਹਾਂ ਕੀ ਕਹਿਣਾ ਚਾਹੁੰਦੇ। ਵੈਲਕਮ ਜੀ। ਹੈਲੋ, ਚਲੋ ਕੱਟ। ਹੈਲੋ, ਚਲੋ ਭੱਟੀ ਸਾਹਿਬ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵੈਲਕਮ ਸਰ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।